ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਵਿਨੀਪੈਗ ਤੋਂ ਆਏ ਹੋਏ ਸਾਡੇ ਮਹਿਮਾਨ ਡਾਕਟਰ ਮਹਿੰਦਰ ਸਿੰਘ ਢਿੱਲੋਂ ਵੱਲੋਂ। ਡਾਕਟਰ ਮਹਿੰਦਰ ਸਿੰਘ ਢਿੱਲੋਂ ਦੇ ਬਹੁਤ ਵੱਡਾ ਯੋਗਦਾਨ ਹੈ, ਜਿਸ ਵਿੱਚ ਕਿ ਨਾ ਸਿਰਫ ਇਹਨਾਂ ਨੇ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਲਈ ਵਿਨੀਪੈਗ ਵਿੱਚ ਕੋਸ਼ਿਸ਼ਾਂ ਕੀਤੀਆਂ ਨੇ, ਪਰ ਨਾਲ ਯੂਨੀਵਰਸਿਟੀ ਲੈਵਲ ਤੇ ਜਾ ਕੇ ਸਿੱਖੀਜ਼ਮ ਬਾਰੇ ਅਤੇ ਮਾਂ ਬੋਲੀ ਬਾਰੇ ਜੋ ਸਾਡੀ ਪੰਜਾਬੀ ਹੈ ਉਸ ਨੂੰ ਵਿਕਸਿਤ ਕਰਨ ਲਈ ਬਹੁਤ ਸਾਰੀ ਕੋਸ਼ਿਸ਼ਾਂ ਕੀਤੀਆਂ ਨੇ। ਹਾਲ ਹੀ ਵਿੱਚ ਇਹਨਾਂ ਨੇ ਇੱਕ ਸੰਸਥਾ ਬਣਾਈ ਹੈ ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ, ਜਿਸ ਦਾ ਮੁੱਖ ਮਕਸਦ ਹੈ ਕਿ ਯੂਨੀਵਰਸਿਟੀ ਲੈਵਲ ਦੇ ਉੱਤੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਏ, ਬੱਚਿਆਂ ਨੂੰ ਸਿੱਖੀਜ਼ਮ ਬਾਰੇ ਦੱਸਿਆ ਜਾਏ। ਇਸ ਕਰਕੇ ਅੱਜ ਕੱਲ੍ਹ ਇਹ ਲੋਅਰ ਮੇਨਲੈਂਡ ਵਿੱਚ ਆਏ ਹੋਏ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸਾਂਝ ਪਾਉਂਦੇ ਹਾਂ ਕਿ ਕਿਸ ਮਕਸਦ ਨਾਲ ਇਹ ਜੋ ਸਭ ਕੁਝ ਕਰ ਰਹੇ ਨੇ ਅਤੇ ਕੀ ਕਾਮਯਾਬੀ ਇਹਨਾਂ ਨੂੰ ਮਿਲ ਰਹੀ ਹੈ ਅਤੇ ਕੀ ਇਹ ਲੋਕਾਂ ਤੋਂ ਸਹਿਯੋਗ ਮੰਗਦੇ ਨੇ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਥੈਂਕ ਯੂ। ਥੋੜ੍ਹਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕਾਫੀ ਯੋਗਦਾਨ ਪਾਇਆ ਵਿਨੀਪੈਗ ਵਿੱਚ ਰਹਿੰਦੇ ਹੋਏ, ਜਿਹੜਾ ਤੁਸੀਂ ਉੱਥੇ ਕਿਸ ਸਾਲ ਵਿੱਚ ਆਏ ਅਤੇ ਉਸ ਤੋਂ ਸਮੇਂ ਤੋਂ ਲੈ ਕੇ ਹੁਣ ਤੱਕ, ਕਿਉਂਕਿ ਅਚੀਵਮੈਂਟਸ ਤੁਹਾਡੀਆਂ ਬਹੁਤ ਨੇ, ਸੀਮਤ ਲਫ਼ਜ਼ਾਂ ਵਿੱਚ ਕੀ ਕੁਝ ਤੁਸੀਂ ਕੀਤਾ ਹੈ? ਹਾਂਜੀ, ਮੈਂ 1967 ਵਿੱਚ ਹਰਪ੍ਰੀਤ ਜੀ ਆਇਆ ਜੀ ਲੰਡਨ ਤੋਂ ਔਨ ਏ ਜੋਬ ਐਕਚੁਅਲੀ। ਇਸੇ ਵਜ੍ਹਾ ਕਰਕੇ ਮੈਂ ਵਿਨੀਪੈਗ ਦੇ ਵਿੱਚ, ਕਿਉਂਕਿ ਮੈਨੂੰ ਬਹੁਤ ਅੱਛਾ ਸਿਟੀ ਲੱਗਿਆ ਜੀ। ਜੂਨ ਦਾ ਮਹੀਨਾ ਸੀ ਜਦੋਂ ਅਸੀਂ ਆਏ। ਲੰਡਨ ਇੰਗਲੈਂਡ ਦਾ ਜਿਹੜਾ ਮੌਸਮ ਸੀ ਉਹਦੇ ਮੁਕਾਬਲੇ ਦੇ ਵਿੱਚ ਮੈਨੂੰ ਬੜਾ ਅੱਛਾ ਪਿਆਰਾ ਲੱਗਿਆ ਜੀ। ਸੋ ਆਇਆ ਤਾਂ ਮੈਂ ਕੁਝ ਸਾਲਾਂ ਲਈ ਸੀ। ਮੇਰਾ ਕੰਟਰੈਕਟ ਕੰਪਨੀ ਨਾਲ 2 ਸਾਲ ਦਾ ਸੀ, ਲੇਕਿਨ 2 ਸਾਲ ਦੀ ਬਜਾਏ ਹੁਣ ਉੱਥੇ ਪੂਰੇ 30 ਸਾਲ, ਹਾਂ ਮੈਨੂੰ ਸਾਰੇ 46 ਸਾਲ ਹੋ ਗਏ। ਸੋ ਇੰਨਾ ਅੱਛਾ ਐਟਮੋਸਫੀਅਰ ਹੋਇਆ ਕਿ ਉਸ ਵਕਤ ਜਦੋਂ ਮੈਂ ਆਇਆ ਸੀਗਾ, ਮੈਂ ਚੌਥਾ ਪੱਗ ਦਸਤਾਰ ਵਾਲਾ ਸਿੱਖ ਸੀਗਾ। ਮੈਥੋਂ ਪਹਿਲਾਂ 3 ਸੀਗੇ ਔਰ ਬਹੁਤ ਸਾਰੇ ਲੋਕਾਂ ਨੇ ਸਿੱਖ ਨਹੀਂ ਸੀ ਦੇਖਿਆ ਉੱਥੇ ਵਿਨੀਪੈਗ 'ਚ। ਇੱਥੇ ਤਾਂ ਹੋਣਗੇ ਬਹੁਤ ਜ਼ਿਆਦਾ BC ਦੇ ਵਿੱਚ, ਕਿਉਂਕਿ ਇੱਥੇ ਤਾਂ ਬਹੁਤ 100 ਸਾਲ ਤੋਂ ਉੱਪਰ ਹੋ ਗਏ ਸੀਗੇ ਜੀ। ਔਰ ਬਸ ਇੱਕ 2 ਸਾਲਾਂ ਦੇ ਵਿੱਚ ਅਸੀਂ ਮਿਲਦੇ ਜੁਲਦੇ, 1 ਸਾਲ ਤਾਂ ਸਾਨੂੰ ਮਿਲਣ ਦਾ ਕਿਸੇ ਨੂੰ ਬਹੁਤਾ ਮੌਕਾ ਨਾ ਮਿਲਿਆ, ਕਿਉਂਕਿ ਮੈਂ ਕੁਝ ਕੋਰਸਿਸ ਵੀ ਅਪਡੇਟ ਕਰ ਰਿਹਾ ਸੀਗਾ ਅਤੇ ਕੁਝ ਸਮਰ ਦੇ ਵਿੱਚ ਅਸੀਂ ਬਾਹਰ ਚਲੇ ਜਾਂਦੇ ਸੀ। ਬੱਚੀ ਇੱਕ ਉਦੋਂ ਸਾਡੀ ਛੋਟੀ ਬੇਟੀ 3 ਮਹੀਨੇ ਦੀ ਸੀ। ਹਾਂਜੀ, ਤੋ ਫਿਰ ਅਸੀਂ ਸੋਚਿਆ ਕਿ ਵੀ ਇੱਥੇ ਕੋਈ ਸਿੱਖ ਸੰਸਥਾ ਬਣਾਈ ਜਾਵੇ ਜਿੱਥੇ ਸਾਡਾ ਇਕੱਠ ਹੋਵੇ। ਅਤੇ ਸਾਰੇ ਹੀ ਉੱਥੇ ਜਿਹੜੀ ਪਾਪੂਲੇਸ਼ਨ ਸੀ ਉਹ ਕੋਈ 25-30 ਦੇ ਸੀਗੇ ਜੀ। ਸਿਰਫ ਮੈਂ ਤੁਹਾਨੂੰ ਦੱਸਿਆ ਵੀ ਮੈਂ ਚੌਥਾ ਪੱਗ ਵਾਲਾ ਸਿੱਖ ਸੀਗਾ। ਫਿਰ ਅਸੀਂ 1969 ਦੇ ਵਿੱਚ ਸਿੱਖ ਸੁਸਾਇਟੀ ਆਫ ਮੈਨੀਟੋਬਾ ਸਥਾਪਿਤ ਕੀਤੀ। ਹੁਣ ਕਿੰਨੇ ਗੁਰਦੁਆਰੇ ਨੇ ਜੀ? ਹੁਣ ਤਾਂ ਜੀ ਉੱਥੇ 8 ਗੁਰਦੁਆਰੇ ਨੇ ਐਕਚੁਅਲੀ। ਅਤੇ ਮੈਨੂੰ ਇਹ ਵੀ ਕਈ ਵਾਰੀ ਕੋਈ ਕਹਿ ਦਿੰਦੇ ਨੇ ਜੀ, ਕਈ ਘਰਾਂ 'ਚ ਵੀ ਬਣਾਏ ਹੋਏ ਨੇ। ਖੈਰ ਉਹ ਜਿੰਨੇ ਵੀ, ਜਿਵੇਂ ਬਹੁਤ ਖੂਬ ਜੀ, ਗੁਰਦੁਆਰੇ ਤੇ ਵੱਧ ਤੋਂ ਵੱਧ ਬਣ ਰਹੇ ਨੇ, ਬਹੁਤ ਵਧੀਆ ਗੱਲ ਹੈ। ਪਰ ਉਸ ਨਾਲ ਡਾਕਟਰ ਸਾਹਿਬ ਜਿਹੜਾ ਇੱਕ ਮੈਸੇਜ ਸੀ ਸਹੀ ਸਿੱਖੀ ਦਾ, ਕਿਉਂਕਿ ਅੱਜ ਨੌਜਵਾਨ ਪੀੜ੍ਹੀ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਵੇਂ ਗੁਰਦੁਆਰੇ ਤਾਂ ਅਸੀਂ ਬਹੁਤ ਬਣਾਏ ਜਾ ਰਹੇ ਹਾਂ, ਪਰ ਐਕੈਡੈਮਿਕ ਲੈਵਲ ਦੇ ਉੱਤੇ ਵੀ ਅਸੀਂ ਜਿੱਥੇ ਸਿੱਖੀਜ਼ਮ ਦਾ ਮੈਸੇਜ ਨਾ ਸਿਰਫ ਆਪਣੇ ਭਾਈਚਾਰੇ ਨੂੰ ਬਲਕਿ ਮੇਨ ਸਟ੍ਰੀਮ ਨੂੰ ਦੇ ਸਕਦੇ, ਉੱਥੇ ਸ਼ਾਇਦ ਅਸੀਂ ਥੋੜ੍ਹਾ ਜਿਹਾ ਪਿੱਛੇ ਰਹਿ ਗਏ। ਉਹਦੇ ਵਾਸਤੇ ਕੀ ਕੋਸ਼ਿਸ਼ਾਂ ਕੀਤੀਆਂ? ਆਈ ਐਗਰੀ ਵਿਦ ਯੂ 100%, ਕਿਉਂਕਿ ਜਿਹੜਾ ਯੂਥ ਹੈਗਾ ਉਹਨੂੰ ਨਾਲ ਲਿਆਉਣਾ, ਇੱਕ ਤਾਂ ਦੇ ਵਾਂਟ ਦਾ ਰਿਐਲਿਟੀ ਜੀ। ਅਸੀਂ ਉਹਨਾਂ ਨੂੰ ਕੁਝ ਦੱਸ ਨਹੀਂ ਸਕਦੇ ਕਿ ਸਾਡੇ ਸਿੱਖ ਦੇ ਵਿੱਚ, ਕਿਉਂਕਿ ਕੋਈ ਕੁਛ ਆ ਕੇ ਸਾਨੂੰ ਪ੍ਰਚਾਰਕ ਕੁਛ ਕਹਿ ਦਿੰਦਾ ਹੈ, ਕੋਈ ਕੁਛ ਕਹਿ ਦਿੰਦਾ। ਇਸ ਤਰ੍ਹਾਂ ਬੱਚੇ ਵੀ ਕਨਫਿਊਜ਼ ਹੋ ਜਾਂਦੇ, ਬੱਚੇ ਹੀ ਨਹੀਂ ਬਲਕਿ ਅਡਲਟਸ ਵੀ ਕਨਫਿਊਜ਼ ਹੋ ਜਾਂਦੇ ਨੇ। ਤੋ ਮੈਂ ਇਸ ਚੀਜ਼ ਦੇ ਵਿੱਚ ਬਿਲੀਵ ਕਰਦਾ ਕਿ ਸਿੱਖ ਜਿਹੜਾ ਆਪਣਾ ਮਿਸ਼ਨ ਹੈਗਾ ਉਸ ਨੂੰ ਸਹੀ ਤਰੀਕੇ ਦੇ ਨਾਲ, ਬੜੇ ਅੱਛੇ ਪੜ੍ਹੇ ਲਿਖੇ ਬੰਦਿਆਂ ਦੇ ਨਾਲ ਉਹਨੂੰ ਦੱਸਿਆ ਜਾਵੇ। ਨਾਟ ਓਨਲੀ ਆਪਣੀ ਕਮਿਊਨਿਟੀ ਨੂੰ, ਬਲਕਿ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਜਿਸ ਤਰ੍ਹਾਂ ਦੂਸਰੀ ਕਮਿਊਨਿਟੀ ਦੇ ਵਿੱਚ ਵੀ। ਮੈਂ ਤੇ ਹਰਪ੍ਰੀਤ ਜੀ ਕਈ ਚਰਚਿਜ਼ ਦੇ ਵਿੱਚ ਜਾਂਦਾ ਜੀ, ਉੱਥੇ ਸਿੱਖੀਜ਼ਮ ਦੇ ਮਤਲਬ ਮੈਂ ਲੈਕਚਰ ਦਿੰਦਾ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ। ਸਾਨੂੰ ਤਾਂ ਖੈਰ ਥੋੜ੍ਹਾ ਮੋਟਾ ਸਾਰਿਆਂ ਨੂੰ ਪਤਾ ਹੈ, ਗੁਰਦੁਆਰੇ ਜਾਈਦਾ, ਮੱਥਾ ਟੇਕ ਕੇ, ਮਤਲਬ ਕੁਛ ਨਾ ਕੁਛ ਤਾਂ ਪੱਲੇ ਪੈਂਦਾ ਹੀ ਹੈ। ਸੋ ਯੂਨੀਵਰਸਿਟੀ ਆਫ ਵਿਨੀਪੈਗ ਦੇ ਵਿੱਚ ਹੁਣ ਤੁਸੀਂ ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹੋ, ਅਤੇ ਖਾਸ ਤੌਰ 'ਤੇ ਜਿਹੜੀ ਤੁਸੀਂ ਇਹ ਸੰਸਥਾ ਹੁਣ ਨਵੀਂ ਬਣਾਈ ਹੈਗੀ ਹੈ ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ, ਇਹਦਾ ਕੀ ਉਦੇਸ਼ ਕੀ ਹੋਏਗਾ? ਇਹਦਾ ਉਦੇਸ਼ ਜੀ, ਪਹਿਲਾਂ ਮੈਂ ਕੋਈ ਇਹ 3-4 ਸਾਲ ਤੋਂ ਇਹ ਸੋਚ ਰਿਹਾ ਸੀ, ਜਦੋਂ ਤੋਂ ਮੈਂ ਯੂਨੀਵਰਸਿਟੀ ਦੇ ਮਤਲਬ ਉੱਥੇ ਗਲੋਬਲ ਕਾਲਜ ਹੈ ਜਿਹੜਾ ਕਿ ਇੱਕੋ ਇੱਕ ਕਾਲਜ ਹੈਗਾ ਮੇਰਾ ਖਿਆਲ ਹੈ ਸਾਰੇ ਨਾਰਥ ਅਮਰੀਕਾ 'ਚ, ਮੈਂ ਕਹਿਣਾ ਕਿ ਜਿਹੜੇ ਹਿਊਮਨ ਰਾਈਟਸ ਦੀ ਡਿਗਰੀ ਦਿੰਦੇ ਨੇ। ਹੁਣ ਮਾਸਟਰਸ ਦੀ ਡਿਗਰੀ ਵੀ ਸ਼ੁਰੂ ਕੀਤੀ ਹੈ ਹਿਊਮਨ ਰਾਈਟਸ ਦੀ। ਹੋਰ ਕਈ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ 1-2 ਸਬਜੈਕਟ ਪੜ੍ਹਾਉਂਦੀਆਂ ਨੇ ਹਿਊਮਨ ਰਾਈਟਸ 'ਤੇ, ਪਰ ਕਿਉਂਕਿ ਸਾਡਾ ਤਾਂ ਅਸੀਂ ਤਾਂ ਬਹੁਤ ਸਫ਼ਰ ਕੀਤਾ ਹੈ। ਅਸੀਂ ਤਾਂ ਸਾਨੂੰ ਹਿਸਟਰੀ ਦਾ ਆਪ ਨਹੀਂ ਪਤਾ ਵੀ ਅਸੀਂ ਕਿੰਨਾ ਸਫ਼ਰ ਕੀਤਾ ਜੀ।
ਸਮਝ ਲਓ ਵੀ ਹਜ਼ਾਰਾਂ ਹੀ ਸਾਲਾਂ ਤੋਂ ਅਸੀਂ ਗੁਲਾਮ ਰਿਹਾ ਮਤਲਬ। ਤੇ ਇਸ ਕਰਕੇ ਮੇਰੇ ਦਿਮਾਗ 'ਚ ਆਇਆ ਕਿ ਵੀ ਜਿਹੜੀ ਪੰਜਾਬੀ ਹੈ ਤੇ ਸਿੱਖ ਧਰਮ ਹੈ ਇਸ ਨੂੰ ਯੂਨੀਵਰਸਿਟੀ ਲੈਵਲ ਤੇ ਲਿਆਂਦਾ ਜਾਵੇ, ਪੜ੍ਹਾਇਆ ਜਾਵੇ। तो मैं फिर ये सोचा भी कि एक भाई कान सिंह नाभा एक ऐसे साढ़े शख्सियत सन जिन्हां दा सिख धर्म ते या पंजाबी बोली ते बहुत एहसान है जी। तो इन्हों यानी मैं ये भी समझा कि बहुत घट इन्हों का सत्कार होया जिन्ना कि इन्हों होना चाहिए सी। जिन्हें आम तौर पर बिल्कुल तुसीं सही किया कि असीं सिर्फ जानते हैं कि उन्होंने महान कोश जिहड़ा है वो लिखिया होया है, उस तो ही असीं जानते हैं। हाँ जी, महान कोश देखो भी ये एक ऐसी चीज़ हैगी उन्होंने 15 साल लगे। अच्छा जी। ਇਹ ਪਹਿਲਾਂ ਜਦੋਂ 1900 ਮਤਲਬ 32-33 ਦੇ ਵਿੱਚ ਛਪਿਆ ਸੀਗਾ ਉਦੋਂ 4 ਵਾਲੂਮ ਦੇ ਵਿੱਚ ਸੀ। ਤੇ ਫਿਰ ਇਹ ਭਾਸ਼ਾ ਵਿਭਾਗ ਪੰਜਾਬ ਨੇ ਸੋਚਿਆ ਕਿ ਵੀ ਇਹ ਇੱਕ ਐਸੀ ਕੀਮਤੀ ਚੀਜ਼ ਹੈ ਹਰ ਇੱਕ ਇਨਸਾਨ ਕੋਲੇ ਹੋਣੀ ਚਾਹੀਦੀ ਹੈ। ਉਹਨਾਂ ਨੇ ਫਿਰ ਕੰਸਾਈਜ਼ ਕਰਕੇ ਇਹ ਇੱਕ ਜਿਲਦ ਦੇ ਵਿੱਚ ਲਿਆਂਦਾ। ਲੇਕਿਨ ਹੁਣ ਇਹ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਉਹ ਇਸ ਨੂੰ ਫਿਰ ਉਸੇ ਓਰੀਜਨਲ 4 ਵਾਲੂਮ ਦੇ ਵਿੱਚ ਪ੍ਰਪੇਅਰ ਕਰ ਰਹੇ ਪਰ ਇਸ ਵਿੱਚ ਪੰਜਾਬੀ ਵਿੱਚ ਜਿੱਥੇ ਇੱਕ ਮਹਾਨ ਕੋਸ਼ ਜਿਹਨੂੰ ਅਸੀਂ ਇਨਸਾਈਕਲੋਪੀਡੀਆ ਕਹਿ ਸਕਦੇ ਹਾਂ ਹੈਗਾ ਸਾਡੇ ਕੋਲ, ਪਰ ਕਿਉਂਕਿ ਅੱਜ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪੰਜਾਬੀ ਬੱਚੇ ਜਿਹੜੇ ਨੇ ਸਾਡੇ ਉਸ ਨਾਲ ਨਹੀਂ ਜੁੜ ਰਹੇ, ਭਾਵੇਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਤੁਹਾਡੀ ਇਹ ਫਾਊਂਡੇਸ਼ਨ ਜਿਹੜੀ ਹੈਗੀ ਹੈ ਇਸ ਨੂੰ ਯੂਨੀਵਰਸਿਟੀ ਲੈਵਲ ਦੇ ਉੱਤੇ ਕਿਸ ਤਰੀਕੇ ਨਾਲ ਫਿਰ ਇਹਨਾਂ ਦੀ ਜਿਹੜੀ ਭਾਈ ਸਾਹਿਬ ਦੀ ਜਿਹੜੀ ਸੋਚ ਸੀ ਜਾਂ ਉਹਨਾਂ ਦੀ ਜਿਹੜੀ ਲਿਖਤਾਂ ਨੇ ਉਹ ਉਹਨਾਂ ਨੂੰ ਜਾਣੂ ਕਰਾਓਗੇ ਤੁਸੀਂ? ਹਾਂਜੀ ਬਿਲਕੁਲ, ਇਹ ਇੱਕ ਇਸੇ ਬਿਗ ਚੈਲੰਜ। ਫਸਟ ਆਫ ਆਲ ਅਸੀਂ ਇੱਕ ਪੰਜਾਬੀ ਦੀ ਚੇਅਰ ਉੱਥੇ ਕ੍ਰੀਏਟ ਕਰਨਾ ਚਾਹੁੰਦੇ ਹਾਂ। ਅੱਛਾ ਜੀ। ਜਿਸ ਦਾ ਜਿਹੜਾ ਸਾਨੂੰ ਜਿਹੜਾ ਦਿੱਤਾ ਗਿਆ, ਕਿਉਂਕਿ ਇੱਕ ਪੰਜਾਬੀ ਕੋਈ ਵੀ ਚੇਅਰ ਤੁਸੀਂ ਕ੍ਰੀਏਟ ਕਰੋ ਉਸ ਦੀ ਕਾਫੀ ਜ਼ਿਆਦਾ ਤੁਹਾਨੂੰ ਉਹਦੀ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੈ। ਹੁਣ ਇੱਥੇ ਅਸੀਂ $2 ਮਿਲੀਅਨ ਦਾ ਸਾਨੂੰ ਯੂਨੀਵਰਸਿਟੀ ਨੇ ਦਿੱਤਾ ਹੈ ਕਿ ਜੇ ਤੁਸੀਂ ਹੋਵੇ, ਕਿਉਂਕਿ ਇਹ ਪਰਮਾਨੈਂਟ ਹੋਏਗੀ। ਰਾਈਟ। ਇਹ ਨਹੀਂ ਕਿ ਵੀ ਤੁਸੀਂ ਅੱਜ ਤੁਸੀਂ ਕਹਿਤਾ ਪੰਜਾਬੀ ਚੇਅਰ ਹੋ ਗਈ ਤੇ ਕੱਲ੍ਹ ਨੂੰ ਅਸੀਂ ਪ੍ਰੋਫੈਸਰ ਨੂੰ ਫੀਸਾਂ ਨਾ ਦੇ ਸਕੀਏ। ਸੋ ਉਸ ਲਈ ਅਸੀਂ ਆਪਣਾ ਕੈਂਪੇਨ ਸ਼ੁਰੂ ਕੀਤੀ ਹੋਈ ਹੈ। ਅੱਛਾ ਜੀ। ਅਸੀਂ ਜਿਵੇਂ ਘਰ ਤੋਂ ਹੀ ਮਤਲਬ ਸ਼ੁਰੂ ਹੁੰਦੀ ਹੈ ਚੈਰਿਟੀ। ਸੋ ਮੈਂ ਆਪਣੀ ਵਾਈਫ ਤੇ ਬੱਚਿਆਂ ਨਾਲ ਗੱਲ ਕਰਕੇ ਵੀ ਪੁੱਟ $20,000 ਦੇਅਰ। ਤੇ ਇਹ ਫਰਵਰੀ 13-14 ਫਰਵਰੀ ਨੂੰ ਇਹ ਗੱਲ ਹੋਈ ਤੇ ਹੁਣ ਅੱਜ ਤੱਕ $35,000 ਆਲਰੇਡੀ। ਹੁਣ ਤੁਸੀਂ ਆਮ ਜਨਤਾ ਜਿਹੜਾ ਤੁਸੀਂ ਹੈਗੇ ਹੋ ਤਤਪਰ ਹੈਗੇ ਹੋ ਕਿ ਪੰਜਾਬੀ ਅਤੇ ਸਿੱਖੀਜ਼ਮ ਬਾਰੇ ਕਲਾਸਿਸ ਜਿਹੜੀਆਂ ਯੂਨੀਵਰਸਿਟੀ ਸ਼ੁਰੂ ਹੋਣ, ਇਹਦੇ ਵਾਸਤੇ ਕੋਈ ਟਾਰਗੇਟ ਸੈੱਟ ਕੀਤਾ ਕਦੋਂ ਤੋਂ ਇਹ ਸ਼ੁਰੂ ਹੋ ਸਕਦੇ ਨੇ ਜਾਂ ਪਹਿਲਾਂ ਇਹ ਪੈਸਾ ਜਿਹੜਾ ਰੇਜ਼ ਕਰਨਾ ਪਏਗਾ? ਨੋ, ਪਹਿਲਾਂ ਅਸੀਂ ਕਿਤਾਬ ਜਿਹੜੇ ਛੋਟੇ ਲੈਵਲ ਦੇ ਉੱਤੇ ਪੰਜਾਬੀ ਪੜ੍ਹਾਉਣਾ ਸ਼ੁਰੂ ਕਰ ਦਿਆਂਗੇ ਜੀ, ਲੇਕਿਨ ਨਾਟ ਔਨ ਦੀ ਯੂਨੀਵਰਸਿਟੀ ਲੈਵਲ। ਓਕੇ। ਕਿਉਂਕਿ ਕਈ ਹੁਣ ਐਸੇ ਜਿਹੜੇ ਹੁਣ ਇੰਡੀਆ ਦੇ ਨਾਲ ਟ੍ਰੇਡ ਕਰਦੇ ਨੇ, ਬਿਜ਼ਨਸ ਕਰਦੇ ਨੇ, ਪੰਜਾਬ ਦੇ ਵਿੱਚ ਜਾਂਦੇ ਨੇ ਕਈ ਆਪਣੇ ਗੋਰੇ ਆਪਣੇ ਕੈਨੇਡੀਅਨ, ਉਹ ਵੀ ਪੜ੍ਹਨਾ ਚਾਹੁੰਦੇ ਨੇ। ਰਾਈਟ। ਤੋ ਇਸ ਕਰਕੇ ਹੁਣ ਐਕਚੁਅਲੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਬੜਾ ਕੰਮ ਕਰ ਰਹੀ ਹੈ ਕਿ ਇਸੇ ਮਹਾਨ ਕੋਸ਼ ਨੂੰ ਉਹ 4 ਵਾਲੂਮ ਦੇ ਵਿੱਚ ਇਹ ਇੱਕ ਵਾਲੂਮ ਹੈ, ਇਸ ਨੂੰ अंग्रेजी ਦੇ ਵਿੱਚ ਟਰਾਂਸਲੇਟ ਕਰ ਰਹੇ ਨੇ। ਬਹੁਤ ਖੂਬ। ਸੋ ਇਹ ਸਾਰੀਆਂ ਕਿਤਾਬਾਂ ਵੀ ਤੁਸੀਂ ਉੱਥੇ ਰੱਖੋਗੇ ਜੀ। ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਫਿਰ ਹੋਰ ਸਾਂਝ ਪਾਉਂਦੇ ਹਾਂ ਕਿ ਹੋਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਉੱਤੇ ਇੱਕ ਹਿਊਮਨ ਰਾਈਟਸ ਦਾ ਮਿਊਜ਼ੀਅਮ ਜੋ ਹੈ ਉਹ ਵੀ ਇੱਥੇ ਵਿਨੀਪੈਗ ਵਿੱਚ ਹੀ ਬਣ ਰਿਹਾ ਹੈ, ਉਸ ਵਿੱਚ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਕਿਸ ਤਰੀਕੇ ਨਾਲ ਉਹਦੇ 'ਚ ਵੀ ਲੋਕ ਸ਼ਾਮਲ ਹੋ ਸਕਦੇ ਨੇ, ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਬਾਤ। ਥੈਂਕ ਯੂ ਜੀ। यूनिवर्सिटी ऑफ विनीपेग तो आए हुए साढ़े मेहमान डॉक्टर महेंद्र सिंह ढिल्लों सांझ पा रहे हैं भाई कान सिंह नाभा फाउंडेशन जो है इस्टैबलिश की गई है ताकि मनोरथ है कि पंजाबी का सही तरीके नाल प्रचार हो सके तो अपनी नौजवान पीढ़ी को असीं अपनी माँ बोली नाल जोड़ सके। आओ कुछ होर गलबात करते हैं। सो जिस तरह तुसीं प्रेरित होए इस किताब तो ते इन्हां दे जीवन चों तुसीं उत्साहित हो के एक पंजाबी चेयर इस्टैबलिश करना चाहते हो, ਉਹਦੇ ਵਿੱਚ ਭਾਈ ਕਾਨ ਸਿੰਘ ਨਾਭਾ ਫਾਊਂਡੇਸ਼ਨ ਦਾ ਕੀ ਯੋਗਦਾਨ ਹੋਏਗਾ? ਉਹਦੇ 'ਚ ਜੀ ਸ਼ੁਰੂ ਤੋਂ ਹੀ ਅਸੀਂ ਜਦੋਂ ਭਾਈ ਕਾਨ ਸਿੰਘ ਨਾਭਾ ਫਾਊਂਡੇਸ਼ਨ ਬਣਾਈ ਔਰ ਮੈਨੂੰ ਇਹਦਾ ਪਤਾ ਸੀ ਕਿ ਇਹਦੇ ਵਿੱਚ ਬੜੇ ਚੈਲੰਜਸ ਹੈ ਜੀ, ਔਰ ਜਦੋਂ ਮੈਂ ਯੂਨੀਵਰਸਿਟੀ ਦੇ ਨਾਲ ਨੈਗੋਸ਼ੀਏਟ ਕਰਤਾ ਸੀਗਾ ਤੇ ਮੈਂ 5 ਜਿਹੜੇ ਉੱਥੋਂ ਦੇ ਪ੍ਰੋਫੈਸਰ ਸੀਗੇ ਜਿਸ ਤਰ੍ਹਾਂ ਕਿ ਲੈਂਗੁਏਜ ਦਾ ਪ੍ਰੋਫੈਸਰ ਤੇ ਥਿਓਲੋਜੀ ਦਾ ਪ੍ਰੋਫੈਸਰ, ਉਹਨਾਂ ਨੂੰ ਮੈਂ ਕੱਲੀ 1 to 1 ਮਿਲਿਆ ਜੀ। ਉਹਨਾਂ ਨੇ ਮੈਨੂੰ ਕਾਫੀ ਉਤਸ਼ਾਹ ਦਿੱਤਾ ਕਿ ਵੀ ਜੇ ਇੱਕ ਨਵੀਂ ਇੱਕ ਚੀਜ਼ ਹੈਗੀ ਉੱਥੇ ਯੂਨੀਵਰਸਿਟੀ ਦੇ ਵਿੱਚ ਉਹ ਕਾਇਮ ਹੋਵੇ ਤਾਂ ਦੇ ਵਿਲ ਬੀ ਵੈਰੀ ਹੈਪੀ। ਰਾਈਟ। ਤੇ ਇਨਕਲੂਡਿੰਗ ਡਾਕਟਰ ਐਕਸਵਰਦੀ। ਅੱਛਾ ਜੀ। ਸੋ ਫਿਰ ਅਸੀਂ ਇਹ ਕਿਹਾ ਕਿ ਯੈਸ ਇਟ ਵਿਲ ਬੀ। ਉਹ ਨੈਗੋਸ਼ੀਏਸ਼ਨ ਹੋ ਚੁੱਕੀਆਂ ਨੇ ਜੀ। ਫਿਰ ਅਸੀਂ ਕਿਹਾ ਕਿ ਵੀ ਪੰਜਾਬੀ ਦੀ ਇੱਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਇੱਕ ਪੰਜਾਬੀ ਦਾ ਸੈਕਸ਼ਨ ਹੋਵੇ। ਦੈਟ ਇਜ਼ ਆਲਸੋ ਡਨ। ਓਕੇ। ਉਹ ਹੋ ਗਿਆ। ਹਾਂਜੀ ਜੀ। ਸਾਡੇ ਕੋਲੇ ਕੋਈ
ਬੜੀਆਂ ਅੱਛੀਆਂ ਪੰਜਾਬੀ ਦੀਆਂ ਸਿੱਖਿਜ਼ਮ ਤੇ ਜੀ ਕਿਤਾਬਾਂ ਮੰਗਵਾਈਆਂ ਨੇ। ਠੀਕ ਹੈ। ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੀ ਬੜੀ ਹੈਲਪਫੁਲ ਹੈਗੀ, ਉਹ ਸਾਨੂੰ ਭੇਜਦੇ ਨੇ ਜਿਹੜੀ ਵੀ ਕਿਤਾਬ, ਉਹ ਸੁਜੈਸਟ ਵੀ ਕਰਦੇ ਨੇ। ਡਾਕਟਰ ਜੱਗੀ ਨੇ ਇਹਦੇ ਵਿੱਚ ਤੁਸੀਂ ਦੇਖੋ ਸਾਡੇ ਅਕਾਊਂਟਸ ਨੇ ਜਿਹੜੇ, ਹਾਂਜੀ ਰਤਨ ਸਿੰਘ ਜੱਗੀ, ਆਈ ਥਿੰਕ ਯੂ ਨੋ, ਹੀ ਇਜ਼ ਵਨ ਆਫ ਦੀ, ਭਾਵੇਂ ਹੁਣ ਉਹ ਰਿਟਾਇਰ ਹੋ ਗਏ ਨੇ ਪਰ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਉਹ ਕਹਿੰਦੇ ਉਹਨਾਂ ਦੇ ਤਾਲਮੇਲ ਨਾਲ ਤੁਸੀਂ ਹੁਣ ਇੱਥੇ ਕਿਤਾਬਾਂ ਵੀ ਲਿਆ ਰਹੇ ਹੋ, ਐਸਟੈਬਲਿਸ਼ ਹੋ ਰਹੇ ਕਿਤਾਬਾਂ। ਤੇ ਉਸ ਕੋਰਸਿਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਉਹ ਸ਼ੁਰੂ ਹੋ ਗਏ ਨੇ ਅਜੇ? ਨਹੀਂ, ਕੋਰਸਿਸ ਅਜੇ ਸ਼ੁਰੂ ਨਹੀਂ ਹੋਏ। ਉਹਦੀ ਵਜ੍ਹਾ ਕਿ ਵੀ ਆਰ ਐਕਚੁਅਲੀ ਐਟ ਦਿਸ ਮੋਮੈਂਟ ਵੀ ਆਰ ਕੰਪੇਨਿੰਗ ਫਾਰ ਫੰਡਸ। ਓਕੇ। ਅਸੀਂ ਜਿਵੇਂ ਕਹਿੰਦੇ ਨਾ ਵੀ ਚੈਰਿਟੀ ਬਿਗਨਸ ਐਟ ਹੋਮ, ਸੋ ਆਈ ਟਾਕ ਟੂ ਮਾਈ ਵਾਈਫ ਫਸਟ, ਜਿਹੜੇ ਕਿ ਬਹੁਤੇ ਖੁਸ਼ ਨਹੀਂ ਸੀਗੇ, ਕਹਿੰਦੇ ਵੀ ਤੁਸੀਂ ਹੁਣ ਰਿਟਾਇਰਡ ਹੋ, ਆਪਦੇ ਗ੍ਰੈਂਡ ਚਿਲਡਰਨ ਨੂੰ ਦੇਖੋ, ਸਾਡੇ 2 ਗ੍ਰੈਂਡ ਚਿਲਡਰਨ ਨੇ। ਤੇ ਮੈਂ ਕਿਹਾ ਵੀ ਮੈਂ ਵੀ ਉਹਨਾਂ ਨੂੰ ਪਿਆਰ ਕਰਦਾ, ਪਰ ਮੈਂ ਪੰਜਾਬੀ ਮਾਂ ਨੂੰ ਵੀ ਪਿਆਰ ਕਰਦਾ। ਵੀ ਮੈਂ ਕੁਛ ਨਾ ਕੁਛ ਇੱਥੇ ਛੱਡ ਕੇ ਜਾਣਾ ਹੈ ਬਿਫੋਰ ਆਈ ਗੋ ਟੂ ਦੇਅਰ। ਮੈਂ ਆਪਣੇ ਲੜਕੇ ਨਾਲ ਗੱਲ ਕੀਤੀ, ਉਹ ਵੀ, ਉਹਨਾਂ ਨੇ ਵੀ ਮੈਨੂੰ ਇਹੀ ਕਿਹਾ, ਕਹਿੰਦੇ ਡੈਡ ਤੁਸੀਂ ਬਹੁਤ ਵੱਡਾ, ਅੱਗੇ ਬੜੇ ਇਨਵੋਲਵਡ ਹੋ ਤੁਸੀਂ ਚੀਜ਼ਾਂ 'ਚ। ਹਾਂ, ਤੁਸੀਂ ਬਹੁਤ ਕੁਛ ਕੀਤਾ ਹੈਗਾ ਤੇ ਤੁਸੀਂ ਹੁਣ ਰਿਟਾਇਰਮੈਂਟ ਤੋਂ ਇੰਜੋਏ ਕਰੋ, ਅਦਰਵਾਈਜ਼ ਯੂ ਵਿਲ ਡਾਈ ਸੂਨ ਐਂਡ ਵੀ ਵਾਂਟ ਯੂ ਟੂ ਲਿਵ ਲੌਂਗਰ। ਮੈਂ ਕਿਹਾ ਨਹੀਂ, ਤੂੰ ਇਉਂ ਕਰੋ, ਸਾਡੀ ਸਪੋਰਟ ਘਰ ਵੱਲੋਂ ਹੋਣੀ ਚਾਹੀਦੀ ਹੈ। ਸੋ ਵੀ ਕਿੱਸਾ ਕੋਤਾ ਮੈਂ ਆਪਣੇ ਨੈਫਿਊਜ਼ ਨੂੰ ਹੋਰ ਕਰਕੇ, ਸੋ ਵੀ ਸਟਾਰਟਡ ਏ ਫੰਡ। $20,000 ਤੋਂ ਉੱਥੋਂ ਸ਼ੁਰੂ ਕਰ ਦਿੱਤਾ। ਪਰ ਉਹ ਇਹ ਦੇਖੋ ਫਰਵਰੀ ਦੇ ਵਿੱਚ ਅਸੀਂ ਉਹਨੂੰ ਸ਼ੁਰੂ ਕੀਤਾ, ਐਸੇ ਫਰਵਰੀ ਦੇ ਵਿੱਚ, ਤੇ ਹੁਣ ਉੱਥੇ $35,000 ਅੱਜ ਤੱਕ ਦਾ ਜਿਹੜਾ ਉੱਥੇ ਹੋ ਚੁੱਕਿਆ ਹੈਗਾ। ਯਾਨੀ ਮੈਨੂੰ ਇੰਨੀ ਉਤਸ਼ਾਹ ਮਿਲ ਰਹੀ ਹੈ, ਜਿਸ ਨਾਲ ਵੀ ਗੱਲ ਕਰੀ ਦੀ ਹੈ ਉਹੀ ਮੈਨੂੰ ਕਹਿੰਦੇ ਢਿੱਲੋਂ ਸਾਹਿਬ ਅਸੀਂ ਤੁਹਾਡੇ ਨਾਲ ਹਾਂ। ਸੋ ਕਿੰਨਾ ਟਾਰਗੇਟ ਤੁਸੀਂ ਮਿੱਥੇ ਹੋਇਆ ਯੂਨੀਵਰਸਿਟੀ ਨੂੰ ਜਿਹਦੇ ਨਾਲ? ਦੇਖੋ ਜੀ, ਉਹਨਾਂ ਨੇ ਸਾਨੂੰ $2 ਮਿਲੀਅਨ ਦਾ ਕਿਹਾ। ਅੱਛਾ ਜੀ। ਕਿ ਇਹ ਪਰਮਾਨੈਂਟ ਰਹੂਗਾ। ਠੀਕ ਹੈ। ਲੇਕਿਨ ਜਦੋਂ 1 ਮਿਲੀਅਨ ਤੱਕ ਪਹੁੰਚ ਗਿਆ ਸਾਡਾ ਟਾਰਗੇਟ, ਉਸ ਵਕਤ ਸਾਡੀਆਂ ਮਤਲਬ ਸਾਰੀਆਂ ਜਾਨੀ ਕਲਾਸਿਸ ਵੀ ਸ਼ੁਰੂ ਹੋ ਜਾਣਗੀਆਂ। ਠੀਕ ਹੈ। ਤੇ ਮੈਂ ਇਸ ਤੋਂ ਵੀ ਘੱਟ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਦੀ ਵਜ੍ਹਾ ਹੈਗੀ ਕਿ ਅਸੀਂ ਕੁਛ ਤੇ ਫੀਸਾਂ ਹੋਇਆ ਕਰਨਗੀਆਂ ਬੱਚਿਆਂ ਦੀਆਂ ਜੀ। ਐਟ ਦੀ ਮੋਮੈਂਟ ਦੇਅਰ ਆਰ $350 ਏ ਕੋਰਸ ਫੀ। ਤੋ ਅਸੀਂ ਉੱਥੋਂ ਦੇ ਗੁਰਦੁਆਰਾ ਸਾਹਿਬ ਨੂੰ ਵੀ ਬੇਨਤੀਆਂ ਕਰ ਰਹੇ ਹਾਂ ਕਿ ਉਹ ਪੈਸੇ ਭਾਵੇਂ ਨਾ ਦੇਣ, ਲੇਕਿਨ ਇੱਕ ਸਟੂਡੈਂਟ ਨੂੰ ਸਪਾਂਸਰ ਕਰਨ। ਸੋ ਇਹਦੇ ਵਿੱਚ ਆਮ ਸਿੱਖ ਜਿਹੜਾ ਕਿਵੇਂ ਯੋਗਦਾਨ ਪਾ ਸਕਦਾ ਹੈ? ਉਹ ਆਮ ਸਿੱਖ ਜੀ ਉਹਦੇ ਵਿੱਚ ਮਤਲਬ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ, ਸਰਟਨਲੀ ਸਾਡੇ ਨਾਲ ਉਹ ਰਾਬਤਾ ਕਾਇਮ ਕਰਕੇ ਡੋਨੇਸ਼ਨ ਭੇਜ ਸਕਦੇ ਨੇ। ਡੋਨੇਸ਼ਨ ਇਹ ਸਿੱਧਾ ਯੂਨੀਵਰਸਿਟੀ ਨੂੰ ਜਾਂਦਾ ਹੈਗਾ। ਠੀਕ ਹੈ ਜੀ। ਚੈਰੀਟੇਬਲ ਹੈਗੇ ਜੀ? ਹਾਂਜੀ, ਚੈਰੀਟੇਬਲ, ਉਹਨਾਂ ਨੂੰ ਰਸੀਦ ਮਿਲਦੀ ਹੈ, ਮਿਲੀ ਹੈ। ਹਾਂਜੀ। ਤੇ ਐਂਡ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਏ ਕਿਸ ਫੋਨ ਨੰਬਰ ਦੇ ਉੱਤੇ ਕਰਕੇ ਫੋਨ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ? ਉਹ ਮੇਰਾ ਵੀ ਟੈਲੀਫੋਨ ਨੰਬਰ ਹੈਗਾ ਜੀ। ਏਰੀਆ ਕੋਡ ਹੈਗਾ ਸਾਡਾ 204-261-0475। ਠੀਕ ਹੈ ਜੀ। ਜਿੱਥੋਂ ਤੱਕ ਦੀ ਇਨਫੋਰਮੇਸ਼ਨ ਦੀ ਹੈ, ਜਿੱਥੋਂ ਤੱਕ ਤੁਹਾਡਾ ਚੈੱਕ ਭੇਜਣ ਦਾ ਹੈਗਾ, ਡਜ਼ਨਟ ਮੈਟਰ ਵੀ ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰਦੇ ਹੋ, ਪਰ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਸਾਡੀ ਜਿਹੜੀ ਕਮਿਊਨਿਟੀ ਹੈਗੀ, ਭਾਵੇਂ ਉਹ ਕਿੱਥੇ ਹੈ, ਚਾਹੇ ਵੈਨਕੂਵਰ 'ਚ ਹੈ, ਚਾਹੇ ਉਹ ਵਿਨੀਪੈਗ 'ਚ ਹੈ। ਇੱਦਾਂ ਵੀ ਮੈਨੂੰ ਕਿਸੇ ਨੇ ਇੱਥੇ ਕੱਲ੍ਹ ਇੱਕ ਨੇ ਮੈਨੂੰ ਇਹ ਸਵਾਲ ਕੀਤਾ ਵੀ ਤੁਸੀਂ ਯੂਨੀਵਰਸਿਟੀ ਵਿਨੀਪੈਗ 'ਚ ਕਰ ਰਹੇ ਹੋ ਤੇ ਸਾਨੂੰ ਕੀ ਉਹਦਾ ਲਾਭ ਹੋਊਗਾ? ਮੈਂ ਕਿਹਾ ਦੇ ਲਾਭ ਤੁਹਾਨੂੰ ਨਹੀਂ ਹੋਊਗਾ, ਤੁਹਾਡੇ ਇਹ ਪੰਜਾਬੀਆਂ ਨੂੰ ਹੋਊਗਾ। ਪੰਜਾਬੀ ਲੈਂਗੁਏਜ ਤੇ ਗੁਰਬਾਣੀ ਇਹ ਸਭ ਦੀ ਸਾਂਝੀ ਹੈਗੀ, ਚਾਹੇ ਉਹ ਵੈਨਕੂਵਰ 'ਚ ਨੇ, ਚਾਹੇ ਉਹ ਮੌਂਟਰੀਅਲ 'ਚ ਨੇ। ਹਾਂਜੀ। ਤੇ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਨਾਟ ਓਨਲੀ ਪੰਜਾਬੀ ਪਰ ਸਿੱਖ ਧਰਮ ਦੀਆਂ ਕਲਾਸਿਸ ਉਹ ਵੀ ਕਲਾਸਿਸ ਹੋਣ। ਹਾਂਜੀ। ਸੋ ਇਹਦੇ ਵਾਸਤੇ ਹਰ ਕੋਈ ਵਿਅਕਤੀ ਜਿੰਨੀ ਵੀ ਕੋਈ ਕੰਟਰੀਬਿਊਸ਼ਨ ਕਰਨਾ ਚਾਹੇ ਉਹ ਕਰ ਸਕਦਾ ਹੈ। ਟੈਕਸ ਡਿਡਕਟੇਬਲ ਰਸੀਦ ਉਹਨਾਂ ਨੂੰ ਮਿਲੇਗੀ। ਬਿਲਕੁਲ ਮਿਲੇਗੀ। ਉਸ ਦੇ ਨਾਲ ਹੀ ਡਾਕਟਰ ਸਾਹਿਬ ਜਿੱਥੇ ਇਹ ਕੋਸ਼ਿਸ਼ ਕੀਤੀ ਜਾ ਰਹੀ, ਉਸ ਦੇ ਨਾਲ ਤੁਸੀਂ ਇੱਕ ਹੋਰ ਵੱਡੇ ਪ੍ਰੋਜੈਕਟ ਨਾਲ ਵੀ ਇਨਵੋਲਵਡ ਹੋ। ਉਹ ਜਿਹੜਾ ਇੱਕ ਮਿਊਜ਼ੀਅਮ ਬਣ ਰਿਹਾ ਹਿਊਮਨ ਰਾਈਟਸ ਦਾ, ਤੇ ਮੈਂ ਦੇਖ ਰਿਹਾ ਤੁਹਾਡੇ ਕੋਟ ਦੇ ਉੱਤੇ ਇੱਕ ਪੈਨ ਵੀ ਲੱਗੀ ਹੋਈ ਜਿਹੜੀ ਚਮਕ ਰਹੀ ਹੈਗੀ। ਉਹ ਕਿੱਥੋਂ ਤੱਕ ਪਹੁੰਚਿਆ ਹਿਊਮਨ ਰਾਈਟਸ ਦਾ ਮਿਊਜ਼ੀਅਮ? ਉਹ ਜੀ ਉਹਦੇ ਹੁਣ ਇਟ ਇਜ਼ ਕੰਪਲੀਟਡ ਆਊਟਸਾਈਡ ਐਂਡ ਐਵਰੀਥਿੰਗ ਜੀ। ਤੇ ਉਹਦੇ ਵਿੱਚ ਅਗਲੇ ਸਾਲ 2014 ਦੇ ਵਿੱਚ ਇਟ ਇਜ਼ ਨਾਟ particular date but ਮਾਰਚ ਔਰ ਮੈਕਸਿਮਮ ਅਪ੍ਰੈਲ ਦੇ ਵਿੱਚ ਉਹਦੀ ਓਪਨਿੰਗ ਸੈਰੇਮਨੀ ਹੋਏਗੀ, ਜਿਹਦੇ ਵਿੱਚ ਅਸੀਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਅਸੀਂ ਕੋਮਾਗਾਟਾ ਮਾਰੂ ਦਾ ਉਹਨਾਂ ਦੇ ਨਾਲ ਮੇਲ ਕਰ ਰਹੇ ਹਾਂ। ਪਹਿਲਾਂ ਤਾਂ ਸਾਡੀ ਸਲਾਹ ਸੀ, ਮੇਰੀ ਵੀ ਯਾਨੀ ਕਿ ਸਾਡੇ ਹੋਰ ਵੀ ਜਿਹੜੇ ਭਾਈਚਾਰੇ ਨਾਲ ਮੈਂ ਗੱਲਬਾਤ ਕੀਤੀ ਕਿ ਵੀ ਇੱਕ ਉਹ ਜਿਹਾ ਰੈਪਲੀਕਾ ਬਣਾਇਆ ਜਾਵੇ ਜਿਹਦੇ 'ਚ ਇੱਕ ਸਿੱਖ ਖੜਾ ਹੋਵੇ ਜਾਂ ਕਿੰਨੇ ਉਹਨਾਂ ਦੀ ਤਸਵੀਰਾਂ ਭਾਵੇਂ ਹੋਣ, ਪਰ ਦੈਟ ਇਜ਼ ਟੂ ਮਚ ਐਕਸਪੈਂਸਿਵ ਉਹਨਾਂ ਦੀ, ਕਿਉਂਕਿ ਜੇ ਇੱਕ ਤੁਸੀਂ ਕਮਰਾ ਲਾਓ ਤੇ ਉੱਥੇ $6 ਮਿਲੀਅਨ ਉਹਦਾ ਕਹਿੰਦੇ ਨੇ। ਮੈਂ ਕਿਹਾ ਵੀ ਇਹ ਨਹੀਂ ਹੋ ਸਕਦਾ। ਪਰ ਉਸ ਤੋਂ ਇਲਾਵਾ ਸਾਡਾ ਜਿਹੜਾ ਕੋਮਾਗਾਟਾ ਮਾਰੂ ਦਾ ਜਾਂ ਹੋਰ ਜਿਹੜੇ ਸਾਡੇ ਮਤਲਬ
ਸਾਡੇ ਤੇ ਜ਼ੁਲਮ ਹੋਏ ਨੇ, ਜੀ। ਕਿਉਂਕਿ ਇਹ ਹਿਊਮਨ ਰਾਈਟਸ ਦਾ ਜੀ, ਹੈ। ਜੀ। ਦੇਖੋ ਗੁਰੂ ਨਾਨਕ ਦੇਵ ਜੀ ਤੋਂ ਵੀ ਸਾਡਾ, ਉਹ ਤਾਂ ਸਭ ਤੋਂ ਪਹਿਲੇ ਹਿਊਮਨ ਰਾਈਟ ਦੇ ਚੈਂਪੀਅਨ ਸੀ, ਜੀ ਜੀ, ਜਿਹੜੇ ਕਿ ਬਾਦਸ਼ਾਹ ਨੂੰ ਵੀ ਕਹਿ ਸਕਦੇ ਕਿ ਤੂੰ ਬਿਲਕੁਲ ਸ਼ੀ ਜਾਬਰ, ਹੈ, ਬਿਲਕੁਲ। ਬਿਲਕੁਲ ਜਾਬਰ ਹੈ, ਤੇਰੇ ਇਹ ਕੁੱਤੇ ਨੇ ਤੇਰੇ ਸਾਰੇ ਅਹਿਲਕਾਰ। तो एक एक किस्म की मूवी चलती रहा करेगी। ओके। तो ये अंदाज़ा लाया जाता है कि 500,000 पीपल एवरी ईयर उस म्यूजियम ਨੂੰ ਦੇਖਣ ਆਇਆ ਕਰਨਗੇ। तो मैं इस करके भी ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਜੇ ਤੁਹਾਨੂੰ ਸਾਨੂੰ ਜਿਸ ਤਰ੍ਹਾਂ ਡਾਕੂਮੈਂਟਰੀ ਫਿਲਮ ਹੋਵੇ ਨਾ ਜੀ ਕੋਮਾਗਾਟਾ ਮਾਰੂ ਤੇ ਜੀ ਇੱਥੇ ਤਾਂ ਬਹੁਤ ਹੋ ਸਕਦੀ ਹੈ, ਪਰ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ। ਰਾਈਟ। ਇਹਦੇ ਵਿੱਚ ਰॉ ਸਟਰੀਟ ਗੁਰਦੁਆਰਾ ਸਾਹਿਬ ਨੇ ਜੋ ਹੈ ਇਹਨਾਂ ਨੇ ਇੱਕ ਮਿਊਜ਼ੀਅਮ ਛੋਟਾ ਜਿਹਾ ਬਣਾਇਆ, ਤਾਂ ਉੱਥੋਂ ਤੁਹਾਨੂੰ ਜ਼ਰੂਰ ਮਦਦ ਮਿਲ ਸਕਦੀ ਹੈ। ਹਾਂਜੀ। ਤੇ ਇਹਦੇ ਵਾਸਤੇ ਕੀ ਕੋਈ ਆਮ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 2014 ਵਿੱਚ ਇਹ ਸ਼ੁਰੂ ਹੋ ਜਾਏਗਾ, ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਵਿਅਕਤੀ ਜਿਹੜਾ ਜੁੜਿਆ ਹੋਇਆ ਇਸ ਨਾਲ, ਕੋਈ ਪਰਿਵਾਰ ਵਾਲੇ ਹੋਣ ਜਾਂ ਕੋਈ ਸੰਸਥਾ ਹੋਏ, ਜੇਕਰ ਕੋਈ ਉਹਨਾਂ ਕੋਲ ਮਟੀਰੀਅਲ ਹੋ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ। ਹਾਂਜੀ ਬਿਲਕੁਲ, ਕਿਉਂਕਿ ਮੈਂ ਉੱਥੇ ਉਹਨਾਂ ਦੀ ਵੀ ਐਡਵਾਈਜ਼ਰੀ ਕਮੇਟੀ ਦੇ ਉੱਤੇ ਹਾਂ। ਠੀਕ ਹੈ ਜੀ। ਜਿਹਦੇ ਵਿੱਚ ਤਦੇ ਮੇਰਾ ਸਾਡਾ ਡਾਕਟਰ ਲੋਇਡ ਐਕਸਵਰਦੀ ਵੀ ਉਹਦੇ ਹਨ, ਤੇ ਟੌਮ ਐਕਸਵਰਦੀ ਜਿਹੜੇ ਕਿ ਮਿਸਟਰ ਟਰੂਡੋ ਦੇ ਐਡਵਾਈਜ਼ਰ ਹੁੰਦੇ ਸੀਗੇ, ਉਹ ਇਹਨਾਂ ਦਾ ਬ੍ਰਦਰ ਨੇ। ਬਹੁਤ ਵਧੀਆ ਜੀ ਕਿ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਤੇ ਇਸ ਨਾਲ ਕਮਿਊਨਿਟੀ ਦੀ ਜਿਹੜੀ ਇਮੇਜ ਹੈ ਉਸ ਨੂੰ ਵੀ ਬੈਟਰ ਕਰ ਰਹੇ ਹੋ, ਤੇ ਨਾਲ ਵੱਧ ਤੋਂ ਵੱਧ ਜਿਸ ਤਰ੍ਹਾਂ ਤੁਸੀਂ ਪੰਜਾਬੀ ਮਾਂ ਬੋਲੀ ਵਾਸਤੇ ਹੁਣੇ ਕੋਸ਼ਿਸ਼ ਕਰ ਰਹੇ ਹੋ, ਪੂਰਾ ਸਾਨੂੰ ਯਕੀਨ ਹੈ ਕਿ ਪੂਰੇ ਕੈਨੇਡਾ ਭਰ ਵਿੱਚ ਜੋ ਇਹ ਪ੍ਰੋਗਰਾਮ ਲੋਕ ਦੇਖ ਰਹੇ ਨੇ ਉਸ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਨੇ ਤੁਹਾਡਾ ਦੇਣਗੇ। ਇੱਥੇ ਆ ਕੇ ਸਾਡੇ ਆਉਣ ਨਾਲ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ। ਬੈਸਟ ਵਿਸ਼ੇਸ।